ਬੇਟੀ ਨੂੰ ਮਿਲਣ ਗਏ ਹੋ? ਮੈਂ ਉਹਨੂੰ ਕੀ ਕਰਨਾ ਮਿਲ ਕੇ, ਮੇਰੀ ਧੀ ਹੈਗੀ ਨਹੀਂ ਹੈਗੀ, ਮੇਰੇ ਨਿੱਕੇ ਨਿੱਕੇ ਬੱਚੇ ਰਵਾਏ ਸਨ, ਮੈਨੂੰ ਜ਼ਲੀਲ ਕਰ ਛੱਡਿਆ ਸੂ, ਮੈਂ ਲੋਕਾਂ ਦੇ ਮੂੰਹ ਵਿਖਾਉਣ ਜੋਗੀ ਨਹੀਂ। ਅੱਜ ਜਿਹੜੀ ਖੱਚ ਜੀ ਉਹ ਵੀ ਮੈਨੂੰ ਗੱਲ ਕਰਕੇ ਲੰਘ ਜਾਂਦੀ, ਮੈਂ ਉਹਨੂੰ ਮਿਲਣ ਵਾਸਤੇ ਕੀ ਕਰਨਾ, ਮੇਰੇ ਵਾਸਤੇ ਤਾਂ ਕਿਆਮਤ ਹੀ ਹੈ। ਜਿਵੇਂ ਵੀ ਮੇਰੇ ਪੁੱਤਰ ਨੂੰ ਮਾਰਿਆ ਨੇ ਉੱਥੇ, ਮੇਰੇ ਪੁੱਤਰ ਨੂੰ ਰਕੜੇ ਤੇ ਖੋਇਆ ਨੇ, ਮੇਰੇ ਉਹਨੂੰ ਵੀ ਨਾਲ ਹੀ ਸ਼ੂਟ ਕਰ, ਬੇਟੀ ਬਾਰੇ ਹਾਂਜੀ ਬੇਟੀ ਵੀ ਨਾਲ ਹੀ ਜਾਵੇ, ਜੋ ਵਿੱਚ ਸ਼ਾਮਲ ਹੈ ਨਾ ਕਤਲ ਦੇ ਵਿੱਚ, ਉਹਨਾਂ ਨਾਲ ਵੀ ਇਹੋ ਹੀ ਹੋਵੇ ਜੋ ਮੇਰੇ ਬੰਦੇ ਨਾਲ ਹੋਇਆ। ਜਿਵੇਂ ਮੇਰੇ ਨਿੱਕੇ ਨਿੱਕੇ ਰੋਂਦੇ ਪਏ ਨੇ, ਉਹਨਾਂ ਦੇ ਵੀ ਰੱਬ ਰਵਾਵੇ। ਜਿਵੇਂ ਅੱਜ ਮੈਂ ਤਾਰੇ ਗਿਣਦੀ ਰਾਤ ਕੱਢਣੀ ਆ ਨਾ, ਉਹ ਵੀ ਐਵੇਂ ਹੀ ਕੱਢਣ। ਸਾਰਾ ਰਾਤ ਲੰਘ ਜਾਂਦੀ, ਨੀਂਦਰ ਨਹੀਂ ਪੈਂਦੀ ਅੱਖਾਂ 'ਚ, ਤੇ ਸਵੇਰ ਪਰੇਸ਼ਾਨੀਆਂ ਨਾ ਜਾਨ ਛੱਡਦੀਆਂ ਨਾ ਰਾਤ ਛੱਡਦੀਆਂ ਨੇ। ਮਸਜਿਦ ਬਣਾਉਂਦੇ ਬਣਾਉਂਦੇ ਤੁਹਾਡੀ ਬੇਟੀ ਦੇ ਨਾਲ ਇਸ਼ਕ ਕਰ ਬੈਠਿਆ। खालिद मेरे भाई को कत्ल करके दोबारा इधर आके मस्जिद का लेंटर भी उन्होंने बनवाया है, फिर उन्होंने देगे भी बांटी है। देगे बांटी है? हाँ वो जो लेंटर बनाने के ऊपर जो देगे बांटी जाती है। हाँ, वो देगे भी बांटी हैं खालिद ने रिश्ता मंगया, ने कहा नहीं। मैं फिर भी धी को पूछा, मैं कहा जे तेरी रजामंदी हैगी, तो उन्हें कहा नहीं मेरी नहीं है। ਤੇ ਜਦੋਂ ਉਹਦੇ ਨਾਲ ਹੀ ਮਿਲ ਕੇ ਆਪਣੇ ਬਾਪ ਨੂੰ ਮਰਵਾਇਆ ਹੈ, ਉਦੋਂ ਬਾਪ ਦੀ ਉਮਰ ਦਾ ਨਹੀਂ ਸੀ। ਇਹ ਤਾਂ ਹੁਣ ਉਹਨੂੰ ਕਮੀਨੀ ਨੂੰ ਪਤਾ ਹੋਵੇ। ਖਾਲਦ ਫੜੀਚਾ ਹੈ, ਉਹਨੇ 5 ਲੱਖ ਰੁਪਇਆ ਦੇ ਕੇ ਮਰਵਾਇਆ ਹੈ। ਬੇਟੀ ਵੀ ਗਈ, ਸ਼ੋਹਰ ਵੀ ਗਿਆ। ਮੇਰੀ ਉਹ ਕਾਦੀ ਸੱਕੀ ਸੀ, ਆਸ਼ਕਾਂ ਦੇ ਨਾਲ ਮਿਲ ਕੇ ਤੇ ਪਿਓ ਨੂੰ ਕਤਲ ਚੱਕਰਾਇਆ ਸੂ। ਉਹ ਮੇਰੀ ਸੱਗਾ ਰੀਤੀ ਕੋਈ ਨਹੀਂ, ਨਾ ਉਹ ਪਿਓ ਦੀ ਸੀ ਨਾ ਮੇਰੀ ਬੰਨਾ ਉਹਨੇ। ਉਹ ਜਿੰਨਾ ਮੈਨੂੰ ਤਾਂ ਬੇਵਾ ਕਰ ਗਈ, ਜਿੰਨਾ ਆਸ਼ਕਾਂ ਮਗਰ ਗਈ ਉਹਨਾਂ ਨਾਲ ਹੀ ਜਾਏ। इस घर को आग लग गई घर के चिराग से। जी नाज़रीन, बेटियां बाप के सर का ताज होती हैं। जब बेटियां पैदा होती हैं तो माँ बाप तभी से उनके अच्छे मुस्तकबिल के ख्वाब देखने लग जाते हैं, लेकिन वही बेटियां जब अपने माँ बाप की कातिल बन जाती हैं, अपने बाप की कातिल बन जाती हैं, तो सोचें कि उन माँ बाप पे क्या गुजरती होगी। जी नाज़रीन, ये जो मेरे साथ आप लोग देख रहे हैं, ये एक फैमिली थी, एक हस्ती बस्ती फैमिली थी, लेकिन 2 दिन पहले इनके घर में क़यामत गुजर गई। क़यामत किस तरह से? महविश जो कि इनकी बेटी थी, अपनी बाप के उम्र के मर्द से मोहब्बत कर बैठती है, फिर उसके बाद उसके साथ ही मिल के अपने बाप को शूटरों के हाथों कत्ल करवा देती है। ये क्या मामला है? मोहब्बत इतनी अंधी होती है कि जहाँ पे खून के रिश्ते ना देखे जाएं, वो बाप जिसने उंगली पकड़ के चलना सिखाया, फिर वही बेटी अपने बाप की कातला बन जाए। ये क्या मामला है, जानते हैं इन्हीं से। अस्सलाम वालेकुम। वालेकुम सलाम। क्या हुआ? बेटी माशाल्लाह जवान थी, खूबसूरत थी, तो एक अपने बाप की ही उम्र से मोहब्बत कर बैठी। ਉਹਨੂੰ ਪਤਾ ਹੋਵੇ, ਹੁਣ ਅਸੀਂ ਤਾਂ ਉਹਨੂੰ ਵੇਖਿਆ ਕੋਈ ਨਹੀਂ। ਸਾਰਾ ਦਿਨ ਮਿਹਨਤ ਨੂੰ ਨਿਕਲ ਜਾਂਦੇ ਸਾ, ਉਹਦਾ ਬੂ ਘਰ ਹੁੰਦਾ ਸੀ ਤੇ ਕਿ ਉਹ ਘਰ ਹੁੰਦੀ ਸੀ। ਅਸੀਂ ਸਵੇਰ 7 ਵਜੇ ਜਾਣਾ ਤੇ ਕਦੀ 6:30 ਵਜੇ, ਕਦੀ 6 ਵਜੇ ਬਾਹਰ ਮਿਹਨਤ ਕਰਨ ਜਾਣਾ, ਸ਼ਾਮ ਨੂੰ ਹਟਣਾ ਹੈ ਵਾਪਸ। ਤੁਹਾਨੂੰ ਪਤਾ ਨਹੀਂ ਸੀ ਕਿ ਤੁਹਾਡੀ ਬੇਟੀ ਕਿਸੇ ਨਾਲ ਮੁਹੱਬਤ ਕਰਦੀ ਹੈ, ਕਿਸੇ ਨੂੰ ਪਸੰਦ ਕਰਦੀ ਹੈ? ਨਹੀਂ ਸੀ ਪਤਾ, ਨਹੀਂ ਸੀ ਪਤਾ। ਅੱਛਾ, ਇਹ ਖਾਲਿਦ ਜਿਹਨੂੰ ਤੁਹਾਡੀ ਬੇਟੀ ਪਸੰਦ ਕਰਦੀ ਸੀ, ਇਹ ਖਾਲਿਦ ਤੁਹਾਡਾ ਰਿਸ਼ਤੇਦਾਰ ਹੈ? ਕੌਣ ਹੈ? ਸਾਨੂੰ ਨਹੀਂ ਪਤਾ ਇਹ ਕੌਣ ਹੈ ਤੇ ਨਾ ਹੀ ਇਹ ਸਾਡਾ ਰਿਸ਼ਤੇਦਾਰ ਹੈ। ਇੱਥੇ ਮਸਜਿਦ ਬਣਾਉਂਦਾ ਆਵੇ, ਹਾਂ ਮਸਜਿਦ ਦਾ ਲੈਂਟਰ ਉਦੋਂ ਪਾਉਂਦਾ ਰਿਹਾ। ਮਸਜਿਦ ਬਣਾ ਰਿਹਾ ਸੀ, ਮਸਜਿਦ ਬਣਾਉਂਦੇ ਬਣਾਉਂਦੇ ਤੁਹਾਡੀ ਬੇਟੀ ਦੇ ਨਾਲ ਇਸ਼ਕ ਕਰ ਬੈਠਿਆ। ਪਹਿਲੇ ਦਇਆ ਬਸਤੀ ਚ ਆਉਂਦਾ ਜਾਂਦਾ ਸੀ ਉਹ। ਅੱਛਾ, ਜਿੰਦੇ ਕੋਲੋਂ ਅਸੀਂ ਜਗ੍ਹਾ ਲਈ ਨਾ, ਮੇਰੇ ਬੰਦੇ ਦਾ ਉਹਦੇ ਨਾਲ ਸਲਾਮ ਦੁਆ ਸੀ ਮੁਹੰਮਦ ਸੈਨ ਕੋਲੋਂ, ਤੇ ਉਹਦਾ ਉਹ ਸਾਂਢੂ ਸੀ, ਉਹਦੇ ਸਰੀ ਉਹਦੇ ਨਾਲ ਵੀ ਉਹਦੀ ਸਲਾਮ ਦੁਆ ਹੋ ਗਈ। ਉਹ ਵੀ ਫਿਰ ਬਾਹਰ ਅੰਦਰ ਉਹਦੇ ਨਾਲ ਬਹਿਣ ਉੱਠਣ ਲੱਗ ਪਿਆ। ਹਾਂਜੀ, ਖਾਲਿਦ। ਤੇ ਇਹ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਸੀ। ਬਾਅਦ ਚ ਉਹਨੇ ਰਿਸ਼ਤਾ ਮੰਗਿਆ, ਇਹਨੇ ਕਿਹਾ ਨਹੀਂ। ਮੈਂ ਫਿਰ ਵੀ ਧੀ ਕੋਲ ਪੁੱਛਿਆ, ਮੈਂ ਕਿਹਾ ਜੇ ਤੇਰੀ ਰਜ਼ਾਮੰਦੀ ਹੈਗੀ, ਤਾਂ ਉਹਨੇ ਕਿਹਾ ਨਹੀਂ ਮੇਰੀ ਨਹੀਂ ਹੈ। ਅਸੀਂ ਬੇਟੀ ਨੂੰ ਪੁੱਛਿਆ ਕਿ ਖਾਲਿਦ ਦੇ ਘਰੋਂ ਰਿਸ਼ਤਾ ਆਇਆ ਹੈ ਤੇ ਤੇਰੀ ਰਜ਼ਾਮੰਦੀ ਤੇ ਕਰ ਦਈਏ, ਫਿਰ ਉਸ ਟਾਈਮ ਇਨਕਾਰ ਦੀ ਵਜ੍ਹਾ ਕੀ ਸੀ? ਪਤਾ ਨਹੀਂ ਕੀ ਫਿਰ ਇਨਕਾਰ ਦੀ ਹੁੰਦੀ ਵਜ੍ਹਾ ਸੀ। ਉਹਨੇ ਆਖਿਆ ਨਹੀਂ ਮੇਰੀ ਐਸੀ ਕੋਈ ਗੱਲ ਬਾਤ ਨਹੀਂ, ਮੇਰੀ ਉਮਰ ਤੋਂ ਹੀ ਜ਼ਿਆਦਾ ਹੈ। ਅੱਛਾ, ਉਦੋਂ ਉਮਰ ਤੋਂ ਜ਼ਿਆਦਾ ਸੀ, ਤੇ ਜਦੋਂ ਉਹਦੇ ਨਾਲ ਹੀ ਮਿਲ ਕੇ ਆਪਣੇ ਬਾਪ ਨੂੰ ਮਰਵਾਇਆ ਹੈ, ਉਦੋਂ ਬਾਪ ਦੀ ਉਮਰ ਦਾ ਨਹੀਂ ਸੀ। ਇਹ ਤਾਂ ਹੁਣ ਉਹਨੂੰ ਕਮੀਨੀ ਨੂੰ ਪਤਾ ਹੋਵੇ। ਮਾਂ ਬਾਪ ਦਾ ਤਾਂ ਵਾਸੇ ਪੁੱਛਣਾ ਔਲਾਦ ਕੋਲੋਂ ਵੀ, ਜੇ ਤੇਰੀ ਰਜ਼ਾਮੰਦੀ ਤੇ ਅਸੀਂ ਇੱਥੇ ਤੈਨੂੰ ਮਗਰੋਂ ਲਾ ਦੇਣਾ, ਤੂੰ ਸੁਖੀ ਰਵੇਂ ਦੁਖੀ ਰਵੇਂ, ਉਹ ਤੇਰੀ ਮਰਜ਼ੀ।
ਬਾਕੀ ਨਹੀਂ ਸੀ ਮੰਨੀ, ਉਹਨੇ ਕਿਹਾ ਨਹੀਂ ਮੇਰੀ ਕੋਈ ਗੱਲਬਾਤ ਨਹੀਂ, ਮੰਨੀ ਨਹੀਂ। ਨਹੀਂ ਸੀ ਮੰਨੀ। ਅੱਛਾ, ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਹੈ ਕਿ ਰਹਿਮਤ ਜੋ ਕਿ ਮਹਿਵਿਸ਼ ਦਾ ਵਾਲਿਦ ਸੀ ਉਹਨੂੰ ਤੁਹਾਡੀ ਬੇਟੀ ਮਹਿਵਿਸ਼ ਨੇ ਖਾਲਿਦ ਦੇ ਨਾਲ ਮਿਲ ਕੇ ਮਰਵਾਇਆ? ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ? ਪੁਲਿਸ ਨੇ ਦੱਸਿਆ ਸਾਨੂੰ, ਪੁਲਿਸ ਨੇ। ਹਾਂਜੀ, ਉਹ ਮੁਹੰਮਦ ਸੈਨ ਜਿਹੜਾ ਫੜੀਚਾ ਸੀ ਨਾ, ਉਹਨੇ ਖਾਲਦ ਨੂੰ ਫੜਾਇਆ, ਉਹ ਖਾਲਦ ਨੇ ਅੰਗਾ ਫਿਰ ਪੁਲਿਸ ਆਈ, ਉਹ ਮੇਰੀ ਧੀ ਨੂੰ ਲੈ ਕੇ ਗਈ। ਮੁਹੰਮਦ ਹਸੈਨ ਵੀ ਇਹ ਸਾਰੇ ਮਾਮਲੇ ਦੇ ਵਿੱਚ ਸ਼ਾਮਿਲ ਹੈ? ਤੇ ਸ਼ਾਮਲ ਹੀ ਹੈ, ਤੇ ਤਾਂ ਹੀ ਉਹਨੇ ਸਾਰੀ ਡਿਟੇਲ ਦਿੱਤੀ। ਨਾ ਸ਼ਾਮਲ ਹੁੰਦਾ ਤਾਂ ਉਹਨੂੰ ਕੀ ਪਤਾ ਹੋਣਾ ਸੀ। ਤੇ ਖਾਲਦ ਫੜੀਚਾ ਹੈ ਜਿਹਨੇ ਪੈਸੇ ਦੇ ਕੇ ਮਰਵਾਇਆ 5 ਲੱਖ। ਖਾਲਿਦ ਨੇ 5 ਲੱਖ ਰੁਪਇਆ ਦੇ ਕੇ ਤੁਹਾਡੇ ਸ਼ੋਹਰ ਨੂੰ ਯਾਨੀ ਕਿ ਮਹਿਵਿਸ਼ ਦੇ ਬਾਪ ਨੂੰ ਮਰਵਾਇਆ? ਹਾਂਜੀ, ਇੰਨਾ ਪੈਸੇ ਵਾਲਾ ਹੈ ਸੀ? ਹਾਂਜੀ, ਪੈਸਾ ਬੜਾ ਸੀ ਉਹਦੇ ਕੋਲ। ਅੱਛਾ। ਹਾਂਜੀ, ਉਹਨੇ 5 ਲੱਖ ਰੁਪਇਆ ਦੇ ਕੇ ਮਰਵਾਇਆ ਹੈ। ਜਦੋਂ ਉਹਨੂੰ ਉਹਨਾਂ ਕੋ ਪਤਾ ਨਹੀਂ ਕੋ ਕੁੱਟਿਆ ਮਾਰਿਆ ਤਾਂ ਉਹਨੇ ਮੰਨਿਆ ਵੀ ਮੈਂ ਮਰਵਾਇਆ 5 ਲੱਖ ਦੀ। 5 ਲੱਖ ਰੁਪਇਆ ਦੇ ਕੇ। ਤੇ ਬੇਟੀ ਕਿਤੇ ਇਸ ਤਰ੍ਹਾਂ ਤੇ ਨਹੀਂ ਸੀ ਕਿ ਘਰ ਦੇ ਵਿੱਚ ਥੋੜੀ ਤੰਗੀ ਹੈ ਤੇ ਉਹ ਕਿਤੇ ਪੈਸੇ ਦੇਖ ਕੇ ਤੇ ਨਹੀਂ ਉਹਦੇ ਵੱਲ ਹੋਈ? ਕਿਉਂਕਿ ਤੁਹਾਡੀ ਬੇਟੀ ਦੀ ਉਮਰ ਦੇ ਵਿੱਚ ਤੇ ਇਹ ਜਿਹੜਾ ਖਾਲਿਦ ਹੈਗਾ ਉਹਦੀ ਉਮਰ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਇਹ ਤਾਂ ਮੈਨੂੰ ਨਹੀਂ ਪਤਾ ਵੀ ਪੈਸਾ ਵੇਖ ਕੇ ਹੋਈ ਕਿ ਕਿਵੇਂ ਹੋਈ। ਮੈਂ ਐਵੇਂ ਘਰ ਖੁਸ਼ ਸੀ ਮਹਿਵਿਸ਼? ਹਾਂ, ਆਪਣੇ ਘਰ ਠੀਕ ਸੀ ਇੱਥੇ। ਨਹੀਂ ਉਹਨੇ ਕਿਤੇ ਬਾਹਰ ਜਾਣਾ, ਨਹੀਂ ਫਜ਼ੂਲ ਕੁੜੀਆਂ ਤਰ੍ਹਾਂ ਗੱਪ ਸ਼ੱਪ ਮਾਰਨੀ, ਨਹੀਂ। ਹਾਲੀ ਫਜ਼ੂਲ मतलब ਉਹਦੀਆਂ ਚੀਜ਼ਾਂ नहीं सी, ਇਹਦੇ बावजूद एडा बड़ा काम कर गई है। देखिए नाजरीन कि अभी घर से बाहर नहीं निकलती थी महेविश, ना कहीं काम पे जाती थी, कोई इस तरह का उसका मामला नहीं था। इसके बावजूद घर बैठे हुए उसने इतना बड़ा काम कर लिया कि अपने आशना के साथ मिलके अपने बाप को ही मरवा दिया। ऐसा ही है? महसूस नहीं सी कार च करांदी। ਜਦੋਂ मोबाइल ऐसी ਮੋਬਾਈਲ ਉਹਨੇ ਚੋਰੀ ਰੱਖਿਆ ਸੀ, ਉਹ ਵੀ ਪੁਲਿਸ ਨੇ ਮਨਾਇਆ। ਅਸੀਂ ਪੁੱਛਦੇ ਰਹੇ ਵੀ ਤੇਰੇ ਕੋਲ ਕੋਈ ਚੀਜ਼ ਮੋਬਾਈਲ ਜਾਂ ਕੋਈ ਚੀਜ਼ ਹੈਗੀ ਤੇ ਸਾਨੂੰ ਦੱਸ। मोबाइल भी रहमत ने लेके दिता? ਨਹੀਂ ਨਹੀਂ, ਉਸੇ ਭਾਈ ਲੈ ਕੇ ਦਿੱਤਾ ਸੀ ਚੋਰੀ ਦੇ। सॉरी एक मिनट ठहर जाओ, मोबाइल भी खालिद ने लेके दिता? ਹਾਂਜੀ, ਉਹਨੇ ਹੀ ਲੈ ਕੇ ਦਿੱਤਾ ਸੀ। ਕਿਉਂਕਿ ਸਾਡੇ ਕੋਲ ਤਾਂ ਮੋਬਾਈਲ ਹੀ ਉਹਨਾਂ ਦੇ ਅੱਬੂ ਕੋਲ ਹੈਗਾ ਸੀ ਇੱਕ ਛੋਟਾ ਜਿਹਾ, ਤੇ ਉਹ ਆਪਣੀ ਜੇਬ ਵਿੱਚ ਹੀ ਰੱਖਦਾ ਸੀ। ਉਹਨੇ ਕਦੀ ਆਮ ਨਾ ਬੱਚਿਆਂ ਨੂੰ ਕਦੀ ਫੜਾਇਆ ਵੀ ਉਹਦੇ ਤੇ ਕਿਹੜੀ ਕੋਈ ਚੀਜ਼ ਚੱਲਣੀ ਹੁੰਦੀ ਸੀ, ਬਸ ਫੋਨ ਵਾਸਤੇ ਹੀ ਉਹਨੇ ਰੱਖਿਆ। बेटी भी गई, शोहर भी गया, ਕੀ ਕਹਿ ਸਕਦੀ ਹਾਂ। बेटी ਨੂੰ ਮਿਲਣ ਗਏ ਹੋ? ਨਹੀਂ, ਮੈਂ ਉਹਨੂੰ ਕੀ ਕਰਨਾ ਮਿਲ ਕੇ, ਮੇਰੀ ਧੀ ਹੈਗੀ ਨਹੀਂ ਹੈਗੀ। ਮੇਰੇ ਨਿੱਕੇ ਨਿੱਕੇ ਬੱਚੇ ਰੋਏ ਸੂ, ਮੈਨੂੰ ਜ਼ਲੀਲ ਕਰ ਛੱਡਿਆ ਸੂ। ਮੈਂ ਲੋਕਾਂ ਦੇ ਮੂੰਹ ਵਿਖਾਉਣ ਜੋਗੀ ਨਹੀਂ। ਅੱਜ ਜਿਹੜੀ ਖੱਚ ਜੀ ਉਹ ਵੀ ਮੈਨੂੰ ਗੱਲ ਕਰਕੇ ਲੰਘ ਜਾਂਦੀ। मैं उन्हें मिलन वास्ते की करना। ये देखिए नाजरीन, इसका सुहाग चला गया और किसी और के हाथों नहीं, इसकी अपनी बेटी के हाथों। और बेटी आज कहाँ है? बेटी पुलिस स्टेशन के अंदर है और मान भी चुके, एतराफे जुर्म कर चुकी है। अच्छा मेरी गल सुनो, तानू घर चो किसी नूं नहीं पता सीगा जदों उन्हें पुलिस पकड़ के लैके गई है ते पुलिस वालियां दे अगे वो मन्नी है? हाँ, पुलिस वाले आंदे ने भी साडे अगे मन्नी है। हाँ, सानू की किया भी ਉਹ ਜਿਹੜੇ ਸਿਮ ਜੀ ਨਾ ਉਹਦੇ ਤੋਂ ਇਹ ਸਾਨੂੰ ਪਤਾ ਚੱਲਿਆ ਵੀ ਇਹ ਵੀ ਉਹਨਾਂ ਦੇ ਨਾਲ ਸ਼ਾਮਲ ਹੈ। ਹਾਂਜੀ। ਕੀ ਮਹਿਸੂਸ ਹੋ ਰਿਹਾ? मतलब इस टाइम ते कह लो क़यामत है ना कि एक बेटी है काम। मेरे वास्ते तो क़यामत ही है। ਨਿੱਕੇ ਨਿੱਕੇ ਮੇਰੇ ਬੱਚੇ ਨੇ, ਮੈਂ ਤਾਂ ਰੋਜ਼ੀ ਕਮਾਉਣ ਸਵੇਰੇ ਸਵੇਰੇ ਨਿਕਲਾ ਤੇ ਸ਼ਾਮ ਨੂੰ ਉਹਨਾਂ ਦੀ ਰੋਜ਼ੀ ਕਮਾ ਕੇ ਲਿਆਉਣੀ ਤੇ ਉਹ ਬੱਚਿਆਂ ਨੂੰ ਖਵਾ ਬੈਣੀ। ਕਮਾਉਣ ਵਾਲਾ ਚਲਾ ਗਿਆ? ਕਮਾਉਣ ਵਾਲਾ ਚਲਾ ਗਿਆ। 2 ਜਾਨਵਰ ਅਸੀਂ ਰੱਖੇ ਸੀ ਜਿਨ੍ਹਾਂ ਦਾ ਦੁੱਧ ਲੈ ਕੇ ਜਾਂਦਾ ਸੀ, ਵੀ ਜਿਹੜੇ ਪੈਸੇ ਉਹਨੇ ਨਗਦ ਲੈ ਆਉਣੇ, ਚਲੋ ਬੱਚਿਆਂ ਦੀ ਆਪਦੀ ਰੋਜ਼ੀ ਬਣਾ ਲੈਣੀ ਦੁੱਧ ਵੇਚ ਕੇ। नाजरीन, मकतूल की वालदा भी हमारे साथ मौजूद हैं, इनसे भी बात करते हैं। पता नहीं सी कि पोती इंज दी? ਨਹੀਂ ਜੀ, ਅਸੀਂ ਉਸ ਦਾ ਸਾਂ। ਅਸੀਂ ਕਦੀ ਆਉਣਾ ਕਦੀ ਨਾ ਜਾਣਾ, ਤੇ ਜਦ ਆਉਣਾ ਉਸ ਲਈ ਇੱਥੇ ਪੁੱਤਰ ਬੈਠੇ ਆਉਣਾ, ਉਹਦੇ ਕੋਲ ਬਹਿ ਕੇ ਚਲਿਆ ਜਾਣਾ, ਤੇ ਪੁੱਤਰ ਕੋਲ ਪੋਤਰੀ ਦੇ ਮੱਥੇ ਵੀ ਨਾ ਲੱਗਣਾ। ਉਹ ਘਰ ਹੋਣਾ, ਉਸ ਅਸੀਂ ਬਾਹਰ ਹੋਣਾ। पुत्र चला गया? ਪੁੱਤਰ ਇੱਥੇ ਬੈਠਿਆ ਹੋਣਾ, ਉਸ ਦੁੱਧ ਚੋਕ ਉਹਦੇ ਕੋਲ ਝੱਟ ਬਹਿਣਾ, ਘੜੀ ਬਹਿਣਾ, ਦਿਹਾੜੀ ਬਹਿਣਾ, ਬਹਿ ਕੇ ਉਹਦੇ ਕੋਲ ਚਲਿਆ ਜਾਣਾ। ਪੁੱਤਰ ਮਰਿਆ ਸੀ ਮੇਰਾ ਦਿਲ ਦੇ ਟੈਂਕ ਨਾਲ, ਜਿਲ ਦਿਲ ਸੁਣਨਾ ਕਰੋ ਉਸ ਲਈ ਇਸ ਪੁੱਤਰ ਕੋਲ ਆਣ ਬਹਿਣਾ। सही है, चलो अल्लाह तानू सबर देवे। ਦਾ ਸਬਰ ਦਾ ਪੁੱਤਰ ਦਾ ਜਿਵੇਂ ਵੀ ਮੇਰੇ ਪੁੱਤਰ ਨੂੰ ਮਾਰਿਆ ਨੇ ਤੇ ਮੇਰੇ ਪੁੱਤਰ ਨੂੰ ਰਕੜੇ ਤੇ ਖੋਇਆ ਨੇ।
हौसला करो माँ जी, औलाद गंदी निकल आवे ते फिर बेटी माफी मंगे ते माफ करोगे? नहीं नहीं, कितने जाएगी ਉਹਨੂੰ ਵੀ ਨਾਲ ਹੀ ਸ਼ੂਟ ਕਰ। बेटी बारे च? ਹਾਂਜੀ ਬੇਟੀ ਵੀ ਨਾਲ ਹੀ ਜਾਵੇ। ਜੇ ਉਹ ਨਾਲ ਹੈ ਨਾ, ਪੂਰੀ ਮੁਲਵਸ ਹੈ ਨਾ, ਤੇ ਉਹ ਸਾਡੀ ਬੇਟੀ ਨਹੀਂ ਹੈਗੀ, ਉਹ ਵੀ ਉਹਨਾਂ ਦੇ ਨਾਲ ਹੀ ਮਰੇ। ਤੁਹਾਡੇ ਕਹਿਣ ਦਾ ਮਤਲਬ ਹੈਗਾ ਕਿ ਮੇਰੀ ਬੇਟੀ ਨੂੰ ਵੀ ਗੋਲੀ ਮਾਰ ਦਿੱਤੀ ਜਾਏ, ਮਾਰ ਦੇਣ, ਮਾਰ ਦੇਣ। ਦੁੱਖ ਨਹੀਂ ਹੋਏਗਾ? ਦੁੱਖ ਕਿਉਂ ਹੋਵੇਗਾ ਜੇ ਉਹ ਸ਼ਾਮਲ ਪੂਰੀ ਹੈ ਤੇ ਮਾਰ ਦੇਣ। ਜੋ ਵਿੱਚ ਸ਼ਾਮਲ ਹੈ ਨਾ ਕਤਲ ਦੇ ਵਿੱਚ, ਉਹਨਾਂ ਨਾਲ ਵੀ ਇਹੋ ਹੀ ਹੋਵੇ ਜੋ ਮੇਰੇ ਬੰਦੇ ਨਾਲ ਹੋਇਆ। ਜਿਵੇਂ ਮੇਰੇ ਨਿੱਕੇ ਨਿੱਕੇ ਰੋਂਦੇ ਪਏ ਨੇ, ਉਹਨਾਂ ਦੇ ਵੀ ਰੱਬ ਰਵਾਵੇ। ਜਿਵੇਂ ਅੱਜ ਮੈਂ ਤਾਰੇ ਗਿਣਦੀ ਰਾਤ ਕੱਢਣੀ ਆ ਨਾ, ਉਹ ਵੀ ਐਵੇਂ ਹੀ ਕੱਢਣ। ਸਾਰਾ ਰਾਤ ਲੰਘ ਜਾਂਦੀ, ਨੀਂਦਰ ਨਹੀਂ ਪੈਂਦੀ ਅੱਖਾਂ 'ਚ, ਤੇ ਸਵੇਰ ਪਰੇਸ਼ਾਨੀਆਂ ਨਾ ਜਾਨ ਛੱਡਦੀਆਂ ਨਾ ਰਾਤ ਛੱਡਦੀਆਂ ਨੇ। ਬੇਟੀ ਕਿੱਥੇ ਜਾਏਗੀ ਜਦੋਂ ਵੀ ਸਜ਼ਾ ਕੱਟ ਕੇ ਵਾਪਸ ਆਂਦੀ ਹੈ? ਕਿੱਥੇ ਜਾਏਗੀ? ਜਿੱਥੇ ਮਰਜ਼ੀ ਮਗਰੋਂ ਲੈ ਜਾਏ। ਕਾਦੀ ਬੇਟੀ ਹੈ ਜਿਹੜੀ ਸਾਡੀ ਪਿਓ ਦੀ ਨਹੀਂ ਬਣੀ, ਉਹ ਕੱਲ ਨੂੰ ਮੇਰੀ ਕਿਵੇਂ ਬਣੇਗੀ? ਮੇਰੀ ਉਹ ਕਾਦੀ ਸੱਕੀ ਸੀ, ਆਸ਼ਕਾਂ ਦੇ ਨਾਲ ਮਿਲ ਕੇ ਤੇ ਪਿਓ ਨੂੰ ਕਤਲ ਚੱਕਰਾਇਆ ਸੀ। ਉਹ ਮੇਰੀ ਸੱਗਾ ਰੀਤੀ ਕੋਈ ਨਹੀਂ, ਨਾ ਉਹ ਪਿਓ ਦੀ ਸੀ ਨਾ ਮੇਰੀ ਬੰਨਾ ਉਹਨੇ। ਉਹ ਜਿੰਨਾ ਮੈਨੂੰ ਤਾਂ ਬੇਵਾ ਕਰ ਗਈ, ਜਿੰਨਾ ਆਸ਼ਕਾਂ ਮਗਰ गई ਉਹਨਾਂ ਨਾਲ ही जाए। भाई बड़ा अफसोस की बात है कि मतलब बेटी ने बाप को मारा, बड़ी तकलीफ दे बात है ना। बेटियां बड़ी प्यारी होती हैं माँ बाप को। ये बताएं कि आपका जो भाई था ना रहमत, उसको यहाँ से कहाँ ले जाके मारा? ये मोटरवे रावी पुल पार करके टी के ऊपर सिर्फ 1 या 2 एकड़ आगे जाके तो उन्होंने शूटरों ने और खालिद ने शूट कर दिया, गोलियों से मार दिया। कितने बजे का टाइम? तकरीबन 6:15 बजे का सुबह, 10 तारीख को। दूध लेके जा रहा था मेरा भाई रहमत मोटरसाइकिल के ऊपर, तो मोटरवे पुल पार करके तो नाल ही टीक के ऊपर 2 एकड़ आगे जाके तो वो मोटरसाइकिल पे 3 आदमी थे, एक खालिद भी और 2 शूटर भी। उन्होंने मेरे भाई को बेरहमी से कत्ल कर दिया। खालिद मेरे भाई को कत्ल करके दोबारा इधर आके मस्जिद का लेंटर भी उन्होंने बनवाया है। हाँ, पूरा दिन इधर ठहरा है, लेंटर मिस्त्रियों से भराता रहा है, उन्होंने भरा है। फिर उन्होंने देगें भी बांटी है। देगे बांटी हैं? हाँ, वो जो लेंटर बनाने के ऊपर जो देगे बांटी जाती हैं? हाँ, वो देगे भी बांटी है खालिद ने। और हमें मेरी दरख्वास्त है मरियम नवाज़ वज़ीर आला पंजाब से कि हमें इंसाफ दिया जाए। मेरी भतीजी भी शामिल है, तो उनके साथ उनको भी सख्त तो सख्त सज़ा दी। भतीजी को वापस घर नहीं आने? नहीं आने देंगे। जब हमारी भतीजी रही नहीं, हमारे भाई को कत्ल करवा दिया, वो हमारी भतीजी कैसे रहेगी? वो हमारी भतीजी होती, हमारी बेटी होती, तो उन्होंने बाप को ही कत्ल करवाना था। वो हमारी कुछ भी नहीं लगती, वो कातलों के साथ मिली हुई जुली हुई थी, तो उन्होंने मेरे भाई को मिलजुल के कत्ल करवाया। वो हमारी कुछ भी नहीं। घर से मिलने भी नहीं किया कोई भी? ना आप कोई? नहीं, मैं नहीं मिला उनको। मैं उनका चाचा हूँ, तो मैं नहीं मिला ना। और अगर वो बुलाए कि मुझे मिले आके, माँ मिले, मेरा चाचा, कोई भी बहन भाई आके मिले? नहीं मिलेंगे, नहीं मिलेंगे। वो हमारी लगती भी कुछ भी नहीं, हम उनको कैसे मिलें? मिलने को दिल ही नहीं मानता। पता कैसे चला कि आपके भाई को मार दिया? पता मोहम्मद सैन को फ़ोन आया था किसी दोधी का। मोहम्मद हुसैन, ये जो जिससे आपने ज़मीन खरीदी? जी, उनको फ़ोन आया था कि रहमत को अटैक हो गया है। वो मेरी भाभी को लेके गया, रहमत अली की बीवी को साथ भी। ऐसे ऐसे रहमत का फ़ोन आया कि उनको अटैक हो गया है, तो आओ चले। ये सब्जी की दिहाड़ी जा रही थी सब्जी तोड़ने के लिए बच्चों को लेके, तो वापस आई तो उधर मौके पे गई, तो इन्होंने कहा कि रहमत को अटैक नहीं हुआ, इनको कोई मार के चला गया है। ठीक है, वो उनके सर के ऊपर देखा तो 2 फायर लगे। इन्होंने बोला कि इनको कोई गोली मार के चला गया है, तो साथ देखे तो 2 गोलियां भी पड़ी हुई थी। वो मोटरसाइकिल के ऊपर ही रहमत भाई था, मोटरसाइकिल के ऊपर ही उन्होंने मैं भी उस वक्त घर थी जब आपके भाई को गोलियां मारी? जी, वो घर थी। घर थी? हाँ, मैं बस घर थी। जब भाई घर आया तब भी वो यहीं पे? हाँ, वो भी तब भी रो रही थी? जब पता चला वो रो भी रही थी।
जी। उन्होंने महसूस ऐसा करवाया ही नहीं घर वालों को कि मैं भी प्लान में शामिल हूँ, महविश ने महसूस नहीं करवाया। नहीं महसूस करवाया। घर वालों ने सब ने पूछा कि कोई गलबात, कोई आपके पास मोबाइल हो तो तब बता दें। उन्होंने कहा कि हमें मोबाइल चलाना भी नहीं आता। जबकि प्लान करना आता था, सब कुछ आता था। हाँ, मैंने पूछा कि मोबाइल आपके पास है तो बता दें। उन्होंने कहा कि हमें मोबाइल चलाना ही नहीं आता, मेरे पास कोई मोबाइल नहीं है, हमारा कोई कसूर नहीं है, हमें कोई किसी के साथ बातचीत भी हमारी नहीं है। ये हैं खूनी रिश्ते जो कि अपने रिश्तों की पहचान भूल चुके हैं। एक माँ, एक बेटी अपनी माँ को बेवा कर गई, अपने बहन भाइयों को यतीम कर गई, अपने बाप की कातला बन गई, सिर्फ वजह ये कि उसको मोहब्बत की शादी करनी थी और अपने बाप की उम्र के शख्स के साथ शादी करनी थी, जिसकी वजह से उसने अपने ही बाप को कत्ल करवा दिया। नाज़रीन, यहाँ पे कैसे रिश्तों पे एतबार किया जाए जब ना माँ बेटी की, ना बेटी माँ की, ना बाप की, ना भाई बहन का, ना बहन भाई की। यहाँ पे रिश्तों से एतबार उड़ता जा रहा है। वीडियो को शेयर कर दीजिएगा। बुशरा शकील को इजाज़त दीजिए। अल्लाह हाफिज़।